ਨੌਵੀਂ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਪੁਸਤਕ ਤੀਜਾ ਨੇਤਰ। ਵਾਹਿਗੁਰੂ 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 ਦੋਹਰਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਏ। ਦਸਮ ਗ੍ਰੰਥ ਬਚਿੱਤਰ ਨਾਟਕ। ਨਿਰਵਾਣ ਪਦ ਭਾਗ 9ਵਾਂ। ਨਿਰਵਾਣ ਪਦ ਦਾ ਗੁਰਬਾਣੀ ਵਿੱਚ ਬਹੁਤ ਜ਼ਿਕਰ ਆਇਆ ਹੈ ਤੇ ਨਿਰਵਾਣ ਪ੍ਰਾਪਤੀ ਹੀ ਜੀਵਨ ਦਾ ਸਾਰ ਦੱਸਿਆ ਹੈ। ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਵਾਣਾ। ਜਨ ਨਾਨਕ ਇਹ ਖੇਲ ਖਟਣ ਹੈ, ਕਿਨਹੂ ਗੁਰਮੁਖ ਜਾਣਾ। ਗੌੜੀ ਮਹੱਲਾ 9ਵਾਂ ਅੰਗ 219। ਨਿਰਵਾਣ ਪਦ ਹੀ ਪਰਮ ਪਦ ਹੈ, ਨਿਰਵਾਣ ਹੀ ਪਰਮ ਧਨ ਹੈ, ਨਿਰਵਾਣ ਹੀ ਪਰਮ ਜੀਵਨ ਹੈ। ਇਸ ਦੀ ਖੋਜ ਵਿੱਚ ਜੋ ਲੀਨ ਹੈ ਉਹ ਸਾਧੂ ਹੈ, ਸਾਧਨਾ ਕਰ ਰਿਹਾ ਹੈ। ਜੋ ਨਿਰਵਾਣ ਹੋ ਗਿਆ ਹੈ ਉਹ ਸੰਤ ਹੈ, ਬ੍ਰਹਮ ਗਿਆਨੀ ਹੈ। ਜੋ ਸਿਰਫ ਬ੍ਰਹਮ ਦੇ ਸੰਬੰਧ ਵਿੱਚ ਜਾਣਦਾ ਹੈ ਉਹ ਗਿਆਨੀ ਹੈ, ਪਰ ਜੋ ਬ੍ਰਹਮ ਨੂੰ ਹੀ ਜਾਣਦਾ ਹੈ ਉਹ ਬ੍ਰਹਮ ਗਿਆਨੀ ਹੈ। ਉਹ ਕੇਵਲ ਪਰਮਾਤਮਾ ਦੇ ਸੰਬੰਧ ਵਿੱਚ ਨਹੀਂ ਜਾਣਦਾ, ਬਲਕਿ ਪਰਮਾਤਮਾ ਨੂੰ ਹੀ ਜਾਣਦਾ ਹੈ। ਕਿਸੇ ਦੇ ਸੰਬੰਧ ਵਿੱਚ ਜਾਣਨਾ ਹੋਰ ਗੱਲ ਹੈ। ਰੰਗ ਕੀ ਹੈ, ਬਸਤਰ ਕਿਹੜੇ ਪਹਿਨਦਾ ਹੈ, ਭਾਸ਼ਾ ਕਿਹੜੀ ਬੋਲਦਾ ਹੈ, ਰਹਿੰਦਾ ਕਿੱਥੇ ਹੈ, ਇਸ ਤਰ੍ਹਾਂ ਦੀ ਜਾਣਕਾਰੀ ਥੋਤੀ ਹੈ, ਉੱਪਰੋਂ ਉੱਪਰੋਂ ਹੀ ਹੈ। ਪਰ ਜਿਸ ਨੇ ਕੱਪੜੇ ਪਹਿਨੇ ਹਨ, ਜਿਸ ਦਾ ਰੰਗ ਹੈ, ਜਿਸ ਦਾ ਘਰ ਹੈ, ਉਸ ਨੂੰ ਹੀ ਜਾਣਦਾ ਹੈ। ਇਹ ਪੂਰਾ ਜਾਣਨਾ ਹੈ। ਗਿਆਨੀ ਤੇ ਬ੍ਰਹਮ ਗਿਆਨੀ ਵਿੱਚ ਇਹੀ ਅੰਤਰ ਹੈ। ਇੱਕ ਈਸ਼ਵਰ ਦੇ ਸੰਬੰਧ ਵਿੱਚ ਜਾਣਦਾ ਹੈ, ਇੱਕ ਈਸ਼ਵਰ ਨੂੰ ਹੀ ਜਾਣਦਾ ਹੈ। ਨਿਰਵਾਣ ਦੇ ਅਰਥ ਹਨ ਅਡੋਲ, ਬਾਣ ਤੋਂ ਬਿਨਾਂ, ਹਰਕਤ ਤੋਂ ਬਿਨਾਂ, ਪੂਰਨ ਟਿਕਾਊ ਮਨ। ਖਿੰਡਤ ਹੈ, ਟੁਕੜੇ ਟੁਕੜੇ ਹੈ। ਖਿੰਡਤ ਮਨ ਅਖੰਡ ਪਾਠ ਨਹੀਂ ਕਰ ਸਕੇਗਾ। ਖਿੰਡਤ ਮਨ ਅਖੰਡ ਕੀਰਤਨ ਕਿਸ ਤਰ੍ਹਾਂ ਕਰੇਗਾ? ਔਰ ਜਿਸ ਦਿਨ ਮਨ ਅਖੰਡ ਹੋ ਜਾਂਦਾ ਹੈ ਉਸ ਦਿਨ ਤੋਂ ਜੋ ਵੀ ਹੁੰਦਾ ਹੈ ਉਹ ਕੀਰਤਨ ਹੈ, ਉਹ ਪਾਠ ਹੈ। ਖਿੰਡਿਤ ਮਨ ਨਾਲ ਜੋ ਕਰਮ ਕਰੀਏ ਤੇ ਧਰਮ ਕਰੀਏ ਸਭ ਪਖੰਡ ਹੈ, ਕਿਉਂਕਿ ਮਨ ਉਸ ਧਾਰਮਿਕ ਕਰਮ ਵਿੱਚ ਨਹੀਂ ਹੈ। ਜਿਹੜਾ ਕਰਮ ਪੂਰਨ ਮਨ ਨਾਲ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਕਰਮਾਂ ਤੇ ਜੋ ਧਰਮ ਖੜਾ ਹੈ ਪਖੰਡ ਹੈ। ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸੂਈ ਮਹਲਾ ਪੰਜਵਾਂ ਅੰਗ 747। ਅਕਾਲ ਪੁਰਖ ਨਿਰਾਕਾਰ ਹੈ। ਉਹ ਨਿਰਾਕਾਰ ਵਿੱਚ ਜੁੜਨਾ ਇਹ ਤਾਂ ਲੋਹੇ ਦੇ ਚਣੇ ਚਬਾਣਾ ਹੈ। ਥੋੜ੍ਹੀ ਬਹੁਤ ਇਕਾਗਰਤਾ ਜਲ ਮਿਲ ਜਾਂਦੀ ਹੈ ਤੇ ਉਸ ਇਕਾਗਰਤਾ ਨਾਲ ਜੋ ਰਸ ਬਣ ਜਾਂਦਾ ਹੈ, ਕਈ ਭੁਲੇਖੇ ਵਸ ਉਸੇ ਨੂੰ ਹੀ ਪੂਰਨ ਨਾਮ ਰਸ ਸਮਝ ਲੈਂਦੇ ਹਨ ਤੇ ਹੋਰ ਅਗਾਂਹ ਵਧਣ ਤੋਂ ਆਪਣੇ ਆਪ ਨੂੰ ਰੋਕ ਲੈਂਦੇ ਹਨ। ਜਦ ਕੀਰਤਨ ਕੀਤਾ ਜਾਂ ਪਾਠ ਕੀਤਾ, ਥੋੜ੍ਹੀ ਇਕਾਗਰਤਾ ਮਿਲੀ, ਬਸ ਇਸੇ ਨੂੰ ਹੀ ਸਭ ਕੁਝ ਸਮਝ ਲਿਆ ਤੇ ਬਾਅਦ ਵਿੱਚ ਸਾਰਾ ਦਿਨ ਮਨ ਖਿੰਡਤ ਰਿਹਾ। ਖਿੰਡਤ ਮਨ ਤਾਂ ਸਾਰਾ ਕੁਝ ਖਿੰਡਤ ਹੀ ਕਰੇਗਾ। ਜਿਸ ਮਨੁੱਖ ਦਾ ਜਿਤਨਾ ਜ਼ਿਆਦਾ ਮਨ ਖਿੰਡਤ ਹੋਵੇਗਾ ਉਹ ਉਤਨਾ ਹੀ ਜਗਤ ਲਈ ਘਾਤਕ ਹੋਵੇਗਾ, ਕਿਉਂਕਿ ਜਗਤ ਦੇ ਵਿੱਚ ਤੋੜੇਗਾ, ਖਿੰਡਿਤ ਕਰੇਗਾ। ਖਿੰਡਿਤ ਨੂੰ ਜੁੜਿਆ ਹੋਇਆ ਚੰਗਾ ਨਹੀਂ ਲੱਗਦਾ। ਜਿਤਨੀ ਮਾਤਰਾ ਵਿੱਚ ਖਿੰਡਿਤ ਹੋਵੇ ਉਤਨੀ ਮਾਤਰਾ ਵਿੱਚ ਖਿੰਡਿਤ ਕਰੇਗਾ। ਪਰਮਾਤਮਾ ਅਖੰਡ ਜੋਤ ਹੈ। ਉਸ ਅਖੰਡ ਦੀ ਲੀਨਤਾ ਦਾ ਆਨੰਦ ਅਖੰਡ ਹੋਏ ਬਿਨਾਂ ਨਹੀਂ ਮਾਣਿਆ ਜਾ ਸਕਦਾ। ਉਹ ਅਖੰਡ ਜੋਤੀ ਨੂੰ ਪੁਕਾਰਨਾ ਹੈ, ਭਾਵ ਪੂਰਨ ਹੋ ਕੇ ਇਹੀ ਆਖਣਾ ਹੈ, ਤੂੰ ਨਿਰਵਾਣ ਪਦ ਬਖਸ਼, ਡੋਲਨ ਤੇ ਰੱਖ ਲੈ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। 52 ਅੱਖਰੀ ਮਹੱਲਾ ਪੰਜਵਾਂ ਸ਼ਲੋਕ ਅੰਗ 256। ਉਹ ਅਖੰਡ ਜੋਤੀ ਨਿਰੰਕਾਰ, ਅਡੋਲ, ਅਚਲ, ਅਬਿਨਾਸੀ ਹੈ। ਰੰਗ ਰੂਪ ਤੋਂ ਨਿਆਰਾ ਹੈ। ਉਸ ਵਿੱਚ ਕਿਵੇਂ ਜੁੜੀਏ? ਕਿਵੇਂ ਜਲਦੇ ਦੀਵੇ, ਮੂਰਤੀ, ਤਸਵੀਰ ਵਿੱਚ ਅਸੀਂ ਧਿਆਨ ਨਹੀਂ ਜੋੜਨਾ। ਇਹ ਸਭ ਆਕਾਰ ਹੈ, ਕ੍ਰਿਤ ਹੈ, ਜਦ ਕਿ ਉਹ ਨਿਰੰਕਾਰ ਹੈ। ਅਕਿਰਤਾ ਕਿਰਤ ਹੈ, ਅਮਿਰਤਾ ਮਿਰਤ ਹੈ। ਜਾਪ ਸਾਹਿਬ। ਜੋ ਕ੍ਰਿਤ ਹੈ ਉਹ ਤਾਂ ਮਿਟ ਜਾਂਦਾ ਹੈ। ਅਕ੍ਰਿਤ ਅਰੂਪ ਵਿੱਚ ਧਿਆਨ ਕਿਵੇਂ ਜੋੜੀਏ? ਜਦ ਸ਼ਬਦ ਗਾਇਨ ਕਰਨਾ ਹੈ, ਵਾਹਿਗੁਰੂ ਮੰਤਰ ਉਚਾਰਨ ਕਰਨਾ ਹੈ ਤਾਂ ਉਸ ਦੇ ਅਰਥਾਂ ਵਿੱਚ ਨਹੀਂ ਪੈਣਾ, ਕੇਵਲ ਸੁਣਨਾ ਹੈ। ਕੋਈ ਅੰਦਰੋਂ ਵਿਚਾਰ ਫੁਰਨਾ ਉੱਠੇ ਤਾਂ ਉਸ ਪ੍ਰਤੀ ਸਾਵਧਾਨ ਹੋਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤਮੀਤ, ਸਾਵਧਾਨ ਇਕਾਗਰ ਚੀਤ। ਗੌੜੀ ਸੁਖਮਨੀ ਮਹੱਲਾ ਪੰਜਵਾਂ ਅੰਗ 295। ਇਤਨਾ ਸੁਚੇਤ ਸਾਵਧਾਨ ਹੋਣਾ ਕਿ ਉਸ ਫੁਰਨੇ ਨੂੰ ਵੇਖ ਸਕੀਏ। ਵਿਚਾਰ ਦੀ ਉੱਠਰੀ ਤਰੰਗ ਨੂੰ ਦੇਖਦੇ ਹੀ ਤਰੰਗ ਸ਼ਾਂਤ ਹੋ ਜਾਂਦੀ ਹੈ, ਇਕਾਗਰਤਾ ਨਸੀਬ ਹੋ ਜਾਂਦੀ ਹੈ। ਪਰ ਇਕਾਗਰਤਾ ਵਿੱਚ ਵੀ ਇਤਨਾ ਦਵੰਦ ਤਾਂ ਹੈ ਹੀ। ਇੱਕ ਸ਼ਬਦ ਉਚਾਰਨ ਕਰ ਰਿਹਾ ਹੈ, ਇੱਕ ਸੁਣ ਰਿਹਾ ਹੈ। ਇਸ ਦੇ ਦੋ ਭਾਵ ਹਨ। ਸ਼ਬਦ ਸੁਣਦੇ ਸੁਣਦੇ ਜੋ ਸ਼ਬਦ ਦਾ ਰੂਪ ਹੋ ਗਿਆ, ਗੁਰੂ ਮੰਤਰ ਜਪਦਿਆਂ ਜਪਦਿਆਂ ਹੁਣ ਮੰਤਰ ਉਚਾਰਨ ਕਰਨ ਵਾਲਾ
ते सुनन वाला ओही है। आप कथै आप सुनने हार। गौड़ी सुखनी महला पंजवां अंग 292। इस तरह ਦੀ ਅਡੋਲ ਅਵਸਥਾ ਨੂੰ ਨਿਰਵਾਣ ਪਦ ਕਹਿੰਦੇ ਹਨ। ਭਾਗ 10ਵਾਂ ਪ੍ਰਚਾਰਕ। ਚਾਰ ਦੇ ਅਰਥ ਹਨ ਵਿਦਵਾਨ, ਉੱਤਮ ਆਚਾਰ ਵਾਲਾ, ਦਲੀਲ, ਉਕਤੀਆਂ ਜੁਗਤੀਆਂ ਨੂੰ ਸਮਝਣ ਵਾਲਾ। ਪ੍ਰਚਾਰਕ ਪਰ ਨੂੰ, ਦੂਜੇ ਨੂੰ ਵਿਦਿਆ ਗਿਆਨ ਆਚਰਨ ਸਿਖਾਉਣ ਵਾਲਾ, ਜੋ ਦੂਜੇ ਨੂੰ ਮਾਰਗ ਦੱਸੇ, ਉਹ ਪ੍ਰਚਾਰਕ ਹੈ। ਕਿਸੇ ਵਸਤੂ ਗੁਣ ਕਲਾ ਨੀਤੀ ਧਰਮ ਨੂੰ ਦੂਰ ਦੂਰ ਤੱਕ ਫੈਲਾਉਣਾ ਹੋਵੇ, ਪ੍ਰਚਾਰਕ ਦੀ ਲੋੜ ਪੈਂਦੀ ਹੈ। ਪ੍ਰਚਾਰ ਦਾ ਆਮ ਹਿਰਦਿਆਂ 'ਤੇ ਤਾਂ ਅਸਰ ਪੈਂਦਾ ਹੀ ਹੈ, ਪਰ ਗੁਣੀ ਜਨ ਤੇ ਬੜੇ ਬੜੇ ਤਾਂਤਰਿਕ ਲੋਕ ਵੀ ਪ੍ਰਚਾਰ ਦੇ ਅਸਰ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਇਹ ਤਾਂ ਆਮ ਦੁਨੀਆਦਾਰਾਂ ਨੂੰ ਵੀ ਪਤਾ ਚੱਲ ਗਿਆ ਹੈ ਕਿ ਜਿਸ ਵਸਤੂ ਦਾ ਜਿਤਨਾ ਜ਼ਿਆਦਾ ਪ੍ਰਚਾਰ ਕਰੀਏ ਉਸ ਦਾ ਉਤਨਾ ਹੀ ਜ਼ਿਆਦਾ ਅਸਰ ਪੈਂਦਾ ਹੈ ਅਤੇ ਉਸ ਵਸਤੂ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਅੱਜ ਤਾਂ ਪ੍ਰਚਾਰ ਤੋਂ ਬਿਨਾਂ ਕਿਸੇ ਵਸਤੂ ਨੂੰ ਬਾਜ਼ਾਰ ਵਿੱਚ ਵੇਚਣਾ ਔਖਾ ਹੈ। ਰਾਜਨੀਤਿਕ ਲੋਕ ਆਪਣੇ ਹੱਕ ਵਿੱਚ ਪ੍ਰਚਾਰ ਕਰਕੇ ਜਨਤਾ ਪਾਸੋਂ ਵੋਟ ਹਾਸਲ ਕਰਨ ਵਿੱਚ ਸਫਲ ਹੋ ਜਾਂਦੇ ਹਨ। ਸਿੰਘਾਸਨ 'ਤੇ ਬੈਠੇ ਰਾਜੇ ਜਨਤਾ ਨੂੰ ਆਪਣੇ ਹੱਥ ਵਿੱਚ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਅਤੇ ਸਾਧਨਾਂ ਤੋਂ ਕੰਮ ਲੈਂਦੇ ਹਨ। ਸੁਚੱਜੇ ਪ੍ਰਚਾਰ ਦੇ ਆਸਰੇ 'ਤੇ ਨਿਕੰਮੀ ਵਸਤੂ ਵੀ ਬਾਜ਼ਾਰ ਵਿੱਚ ਵਿਕ ਜਾਂਦੀ ਹੈ ਅਤੇ ਬੇਈਮਾਨ ਝੂਠਾ ਰਾਜਨੀਤਿਕ ਵੀ ਸੱਤਾ ਹਾਸਲ ਕਰਨ ਵਿੱਚ ਸਫਲ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਵੱਡੇ ਪੱਧਰ 'ਤੇ ਪ੍ਰਚਾਰ ਦੇ ਆਸਰੇ 'ਤੇ ਜਨਤਾ ਦਾ ਤਾਂ ਜੀਵਨ ਉੱਚਾ ਨਹੀਂ ਉੱਠਦਾ, ਪਰ ਰਾਜਨੀਤਿਕ ਨੂੰ ਉੱਚਾ ਸਿੰਘਾਸਨ ਮਿਲ ਜਾਂਦਾ ਹੈ। ਮਨੁੱਖੀ ਸੱਭਿਅਤਾ ਦੇ ਆਦਿ ਕਾਲ ਤੋਂ ਇਹ ਸਮਝ ਬਣ ਗਈ ਸੀ ਕਿ ਪ੍ਰਚਾਰ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ, ਤਾਂ ਸੰਤ ਭਗਤ ਗੁਰੂ ਜਨਾਂ ਨੇ ਧਰਮ ਪ੍ਰਚਾਰ ਦਾ ਬੀੜਾ ਚੁੱਕਿਆ ਤਾਂ ਕਿ ਲੋਕਾਂ ਨੂੰ ਧਰਮੀ ਬਣਾਇਆ ਜਾ ਸਕੇ। ਬੜੇ ਬੜੇ ਅਵਤਾਰੀ ਪੁਰਸ਼ ਆਪ ਪ੍ਰਚਾਰ ਕਰਦੇ ਰਹੇ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਚਾਰ ਦੀ ਸੇਵਾ ਵਿੱਚ ਲਾਇਆ। ਮਹਾਤਮਾ ਬੁੱਧ ਆਪ ਪ੍ਰਚਾਰ ਕਰਦੇ ਰਹੇ ਅਤੇ ਉਹਨਾਂ ਦੇ ਸਾਥੀ ਵੀ ਪ੍ਰਚਾਰ ਕਰਦੇ ਰਹੇ। ਨਤੀਜਾ ਇਹ ਨਿਕਲਿਆ ਕਿ ਅੱਧਾ ਹਿੰਦੁਸਤਾਨ ਬੋਧੀ ਹੋ ਗਿਆ। ਬਾਅਦ ਵਿੱਚ ਸ਼ੰਕਰਾਚਾਰੀਆ ਨੇ ਆਪਣੇ ਪ੍ਰਚਾਰ ਦੇ ਆਸਰੇ ਬੁੱਧ ਧਰਮ ਦੇ ਪੈਰ ਭਾਰਤ ਵਿੱਚੋਂ ਉਖਾੜ ਦਿੱਤੇ। ਈਸਾਈਅਤ ਅਤੇ ਇਸਲਾਮ ਪ੍ਰਚਾਰ ਕਰਕੇ ਵਧਿਆ ਫੁੱਲਿਆ ਹੈ। ਜ਼ਮੀਨ ਉੱਤੇ ਜਿਤਨਾ ਵੱਡਾ ਭਰਮਣ ਗੁਰੂ ਨਾਨਕ ਦੇਵ ਜੀ ਦਾ ਹੈ, ਹੋਰ ਕਿਸੇ ਅਵਤਾਰੀ ਪੁਰਸ਼ ਨੇ ਪ੍ਰਚਾਰ ਹਿਤ ਇਤਨਾ ਭਰਮਣ ਨਹੀਂ ਕੀਤਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ। ਇਹ ਪ੍ਰਥਾ ਕਰਮਵਾਰ ਚੱਲਦੀ ਰਹੀ। ਗੁਰੂ ਘਰ ਵਿੱਚ ਉੱਗੇ ਵਿਦਵਾਨ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਉੱਗੇ ਪ੍ਰਚਾਰਕ ਸਨ। ਬਾਅਦ ਵਿੱਚ ਲੰਬੇ ਸਮੇਂ ਤੱਕ ਉਦਾਸੀ ਅਤੇ ਨਿਰਮਲੇ ਗੁਰਸਿੱਖੀ ਅਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਗੁਰਸਿੱਖੀ ਪ੍ਰਚਾਰ ਵਿੱਚ ਮੂਲ ਰੂਪ ਵਿੱਚ ਕਮੀਆਂ ਆਉਣੀਆਂ ਸ਼ੁਰੂ ਹੋਈਆਂ ਅਤੇ ਇਹ ਕਦਮ ਕਿੱਥੇ ਰੁਕਣਗੇ, ਕੁਝ ਕਹਿਣਾ ਔਖਾ ਹੈ। ਭਾਵੇਂ ਸਾਡਾ ਧਰਮ ਤੇ ਨੀਤੀ ਇੱਕੋ ਹੈ, ਲੇਕਿਨ ਸਾਡਾ ਧਰਮ ਪ੍ਰਚਾਰ ਦੀ ਰਾਜਨੀਤੀ ਦਾ ਪ੍ਰਚਾਰ ਹੋ ਗਿਆ ਹੈ। ਸਾਡੀ ਗੁਰਮਤ ਪ੍ਰਚਾਰ ਸ਼੍ਰੇਣੀ ਦੋ ਹਿੱਸਿਆਂ ਵਿੱਚ ਤਕਸੀਮ ਕੀਤੀ ਜਾ ਸਕਦੀ ਹੈ। ਪਹਿਲੀ ਸ਼੍ਰੇਣੀ ਰਾਗੀ, ਕਥਾਵਾਚਕ, ਢਾਡੀ, ਕਵੀ, ਲਿਖਾਰੀ ਇਤਿਆਦਿਕ ਅਤੇ ਦੂਜੀ ਸ਼੍ਰੇਣੀ ਪ੍ਰਬੰਧਕਾਂ ਦੀ ਹੈ। ਇਹਨਾਂ ਦੋਹਾਂ ਪ੍ਰਚਾਰ ਦੇ ਪਹਿਲੂਆਂ 'ਤੇ ਵਿਚਾਰ ਕਰਨੀ ਅੱਜ ਦੀ ਵੱਡੀ ਲੋੜ ਹੈ। ਉਪਦੇਸ਼ਕ ਸ਼੍ਰੇਣੀ ਲਈ ਇਹੋ ਹੀ ਸਿਧਾਂਤਕ ਨੁਤਕਾ ਅਪਣਾਉਣ ਦੀ ਲੋੜ ਹੈ ਕਿ ਜੋ ਉਹ ਕਹਿੰਦਾ ਹੈ ਉਹ ਆਪ ਹੋਵੇ ਔਰ ਆਪ ਉਹ ਕਹਿਣੀ ਦੀ ਮੂਰਤੀ ਹੋਵੇ, ਤਾਂ ਕਿ ਉਸ ਦਾ ਕਿਹਾ ਹੋਇਆ ਪ੍ਰਤੱਖ ਰੂਪ ਵਿੱਚ ਲੋਕੀ ਉਸ ਦੇ ਜੀਵਨ ਵਿੱਚੋਂ ਵੇਖ ਸਕਣ। ਐਸਾ ਨਾ ਹੋਵੇ ਕਿ ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਰਾਮਕਲੀ ਮਹੱਲਾ ਪੰਜਵਾਂ ਅੰਗ 887। ਉਹ ਪਹਿਲੇ ਆਪਣੇ ਕਹੇ ਹੋਏ ਨਾਲ ਆਪਣੇ ਮਨ ਨੂੰ ਰਾਜੀ ਕਰੇ। ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੈ ਅਵਰ ਰਿਝਾਵੈ। ਆਸਾ ਮਹੱਲਾ ਪੰਜਵਾਂ ਅੰਗ 381। ਕਹਿਣੀ ਦਾ ਸੂਰਮਾ ਹੋਣ ਦੇ ਨਾਲ ਨਾਲ ਕਥਨੀ ਦਾ ਵੀ ਸੂਰਮਾ ਹੋਵੇ। ਕਹਿਣੀ ਤੇ ਕਰਨੀ ਦਾ ਆਪਸ ਵਿੱਚ ਤਾਲਮੇਲ ਹੋਵੇ ਤਾਂ ਉਸ ਦਾ ਅਸਰ ਸਮੂਹ ਜਗਤ 'ਤੇ ਪਵੇਗਾ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਸੁਖਮਣੀ ਅੰਗ 269। ਗੱਲਾਂ ਨਾਲ ਅਸਮਾਲ ਨਹੀਂ ਢਾਉਣਾ, ਬਲਕਿ ਆਪਣੀ ਕਰਨੀ ਤੇ ਕਥਨੀ ਨਾਲ ਜ਼ਮੀਰ ਨੂੰ ਉੱਚਾ ਕਰਨਾ ਹੈ। ਹਰ ਜਸ ਸੁਣੇ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਗੌੜੀ ਚੇਤੀ ਸ਼੍ਰੀ ਕਬੀਰ ਜੀ ਅੰਗ 332। ਕਰਨੀਹੀਨ ਪੁਰਸ਼ ਗੁਫਤਾਰ ਦੇ ਬਹੁਤ ਵੱਡੇ ਗਾਜੀ ਬਣ ਜਾਂਦੇ ਹਨ, ਪਰ ਕਿਰਦਾਰ ਵੱਲੋਂ ਬਿਲਕੁਲ ਨਿਪੁੰਸਕ ਹੁੰਦੇ ਹਨ ਅਤੇ ਐਸੀ ਲੋਕਾਂ ਦਾ ਕੀਤਾ ਹੋਇਆ ਧੂਏਦਾਰ ਪ੍ਰਚਾਰ ਤਕਰੀਰ ਧੂਏਂ ਦੀ ਤਰ੍ਹਾਂ ਉੱਡ ਜਾਂਦੀ ਹੈ। ਇਕਬਾਲ ਨੇ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਜਗਤ ਲਈ ਹਾਨੀਕਾਰਕ ਦੱਸਿਆ ਹੈ। ਮਸਜਿਦ ਤੋਂ ਬਣਾ ਲਈ ਸ਼ਬ ਬਰਮੇ इमा की हरालत वालों ने, मन अपना पुराना पापी है बरसों से नमाजी बन न सका। इकबाल बड़ा उपदेशक है, मन बातों से मोह लेता है,
गुफ्तार का ये गाजी तो बना, किरदार का गाजी बन न सका। ਈਸ਼ਵਰ ਦੀ ਗੱਲ ਆਖਣ ਵਾਲੇ ਦਾ ਈਸ਼ਵਰ ਤੇ ਹੀ ਭਰੋਸਾ ਹੋਵੇ। ਸੀਲ ਸੰਜਮ ਦਾ ਪ੍ਰਚਾਰ ਕਰਨ ਵਾਲਾ ਬੇਸੰਜਮੀ ਨਾ ਹੋਵੇ। ਨਿਰਭੈ ਅਕਾਲ ਪੁਰਖ ਦੀ ਗੱਲ ਆਖਣ ਵਾਲਾ ਖੁਦ ਭੈ ਭੀਤ ਨਾ ਹੋਵੇ। ਨਿਡਰ ਹੋ ਕੇ ਸੱਚ ਨੂੰ ਦਰੜਾਵੇ। ਪ੍ਰਚਾਰਕ ਲਈ ਇਹ 3 ਖੂਬੀਆਂ ਤਾਂ ਲਾਜ਼ਮੀ ਹਨ। ਨੰਬਰ 1 ਸ਼ਬਦ ਪ੍ਰਮਾਣ, ਨੰਬਰ 2 ਉਕਤੀ ਦਲੀਲ, ਨੰਬਰ 3 ਅਨੁਭਵ। ਸ਼ਬਦ ਪ੍ਰਮਾਣ ਤੋਂ ਬਿਨਾਂ ਗੱਲ ਵਜ਼ਨਦਾਰ ਨਹੀਂ ਹੁੰਦੀ ਤੇ ਜੋ ਕਹਿ ਰਿਹਾ ਹੈ ਉਸ ਸੰਬੰਧ ਵਿੱਚ ਉਸ ਕੋਲ ਪੂਰਾ ਅਨੁਭਵ ਹੋਵੇ। ਇਹਨਾਂ ਤਿੰਨਾਂ ਵਿੱਚੋਂ ਜਿਹੜਾ ਪੱਖ ਵੀ ਕਮਜ਼ੋਰ ਹੋਵੇਗਾ ਪ੍ਰਚਾਰ ਪੂਰਾ ਕੰਮ ਨਹੀਂ ਕਰੇਗਾ। ਸਮਾਂ ਤੇ ਸ਼ਕਤੀ ਅਜਾਈ ਜਾਵੇਗੀ। ਜਿਸ ਕੋਲ ਆਤਮ ਅਨੁਭਵ ਹੈ ਤੇ ਅਨੁਭਵ ਪੇਸ਼ ਕਰਨ ਵਾਸਤੇ ਸ਼ਬਦ ਪ੍ਰਮਾਣ ਤੇ ਦਲੀਲਾਂ ਹਨ ਉਹ ਪ੍ਰਚਾਰਕ ਧਨਤਾਯੋਗ ਹੈ। ਉਸ ਦੇ ਚਰਨਾਂ ਦੀ ਖਾਕ ਵੀ ਮਹਾਨ ਹੈ। ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਰਾਗ ਗੌੜੀ ਮਹੱਲਾ ਚੌਥਾ ਅੰਗ 306। ਪ੍ਰਚਾਰਕ ਸ਼੍ਰੇਣੀ ਵਿੱਚ ਗੁਰੂ ਘਰ ਅੰਦਰ ਸੰਤ ਜਨ ਵੀ ਆ ਜਾਂਦੇ ਹਨ। ਕੁਝ ਸੰਤਾਂ ਨੇ ਆਪਣੇ ਜੀਵਨ ਦੀ ਛਾਪ ਅਮਿੱਟ ਛੱਡ ਦਿੱਤੀ ਹੈ। ਕੁਝ ਇੱਕ ਨੂੰ ਛੱਡ ਕੇ ਬਹੁਤੇ ਸੰਤ ਸ਼੍ਰੇਣੀ ਨੇ ਆਪਣੇ ਹੀ ਪੰਥ ਚਲਾਏ ਹਨ ਤੇ ਇਹਨਾਂ ਵਿੱਚ ਬਹੁਤਿਆਂ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਮਰਿਆਦਾ ਵੀ ਬਣਾਈਆਂ ਹੋਈਆਂ ਹਨ, ਜਿਸ ਨਾਲ ਸਾਡੀ ਧਾਰਮਿਕ ਏਕਤਾ ਖਤਰੇ ਵਿੱਚ ਪੈ ਸਕਦੀ ਹੈ। ਐਸੇ ਥੋੜ੍ਹੇ ਸੰਤ ਹਨ ਤੇ ਹੋਏ ਹਨ ਜੋ ਗੁਰੂ ਗੁਰਬਾਣੀ ਨੂੰ ਮੁੱਖ ਰੱਖ ਪ੍ਰਚਾਰ ਕਰਦੇ ਹੋਣ ਤੇ ਕੌਮੀ ਏਕਤਾ ਨੂੰ ਹਰ ਯਤਨ ਨਾਲ ਬਣਾ ਕੇ ਰੱਖਦੇ ਹੋਣ। ਦੂਜੀ ਸ਼੍ਰੇਣੀ ਪ੍ਰਬੰਧਕਾਂ ਦੀ ਹੈ, ਜਿਨ੍ਹਾਂ ਦੀ ਮੂਲ ਜ਼ਿੰਮੇਵਾਰੀ ਤਾਂ ਇਤਨੀ ਹੈ ਕਿ ਉਹ ਗੁਰਦੁਆਰਿਆਂ ਦਾ ਇੰਤਜ਼ਾਮ ਚੰਗੀ ਤਰ੍ਹਾਂ ਸੰਭਾਲਣ ਤੇ ਗੁਰਦੁਆਰੇ ਦੀਆਂ ਰੋਜ਼ ਦੀਆਂ ਲੋੜਾਂ ਪ੍ਰਚਾਰ ਹਿੱਤ ਸਮੱਗਰੀ ਜੁਟਾਵਣ। ਗੁਰੂ ਦੀ ਗੋਲਕ ਤੇ ਗੁਰਦੁਆਰੇ ਦੀ ਜਾਇਦਾਦ ਦਾ ਗਲਤ ਇਸਤੇਮਾਲ ਨਾ ਹੋਵੇ। ਮੁਸਾਫਰਾਂ ਦੀ ਰਿਹਾਇਸ਼ ਤੇ ਲੰਗਰ ਦਾ ਬੰਦੋਬਸਤ ਠੀਕ ਢੰਗ ਨਾਲ ਚੱਲੇ। ਰਾਗੀ ਪ੍ਰਚਾਰਕ ਗ੍ਰੰਥੀ ਸਿੰਘ ਬਹੁਤ ਥੋੜ੍ਹੇ ਹਨ ਜੋ ਕਹਿਣੀ ਤੇ ਕਥਨੀ ਦੇ ਸੂਰੇ ਹੋਵਣ। ਇਸ ਤਰ੍ਹਾਂ ਪ੍ਰਬੰਧਕ ਸ਼੍ਰੇਣੀ ਵਿੱਚ ਵੀ ਨਾਮ ਮਾਤਰ ਹਨ ਜੋ ਆਪਣੀ ਜ਼ਿੰਮੇਵਾਰੀ ਪੂਰਨ ਤੌਰ ਤੇ ਨਿਭਾਉਂਦੇ ਹੋਵਣ। ਜਿੱਥੇ ਪ੍ਰਚਾਰਕ ਸ਼੍ਰੇਣੀ ਵਿੱਚ ਲੋਭ ਪ੍ਰਧਾਨ ਹੈ, ਪ੍ਰਬੰਧਕ ਸ਼੍ਰੇਣੀ ਵਿੱਚ ਹੰਕਾਰ ਪ੍ਰਧਾਨ ਹੈ। ਇਹ ਗੁਰਮਤਿ ਪ੍ਰਚਾਰ ਲਈ ਹਾਨੀਕਾਰਕ ਹਨ। ਇਹ ਤਾਂ ਠੀਕ ਹੈ ਕਿ ਸਾਡੀ ਧਰਮ ਤੇ ਰਾਜਨੀਤੀ ਇੱਕ ਹੈ, ਪਰ ਬਹੁਤੇ ਪ੍ਰਬੰਧਕਾਂ ਕੋਲ ਤਾਂ ਰਾਜਨੀਤੀ ਹੀ ਦਿਖਾਈ ਦਿੰਦੀ ਹੈ। ਧਰਮ ਤਾਂ ਨਾਮ ਮਾਤਰ ਵਾਸਤੇ ਹੀ ਵੀ ਨਹੀਂ ਹੈ। ਗੁਰਦੁਆਰੇ ਨੂੰ ਪਾਰਲੀਮੈਂਟ ਤੱਕ ਪੁੱਜਣ ਦਾ ਵਸੀਲਾ ਬਣਾਉਣਾ, ਗੁਰਦੁਆਰੇ ਦੇ ਧਨ ਦਾ ਦੁਰਉਪਯੋਗ ਕਰਨਾ ਆਮ ਘਟਨਾਵਾਂ ਹਨ। ਰਹਿਤ ਵਿੱਚ ਨਿਪੁੰਨ ਨਾ ਹੋਣਾ ਤੇ ਲੰਬੇ ਸਮੇਂ ਤੱਕ ਪ੍ਰਧਾਨਗੀ ਦੀ ਭੁੱਖ ਰੱਖਣਾ, ਮਹੀਨਿਆਂ ਬਾਅਦ ਕਦੀ ਗੁਰਦੁਆਰੇ ਮੱਥਾ ਟੇਕਣ ਆਉਣਾ, ਇਹ ਰੋਜ਼ ਘਟਿਤ ਹੋ ਰਿਹਾ ਹੈ। ਪ੍ਰਧਾਨ ਪਦ ਸਭ ਤੋਂ ਵੱਡਾ ਹੈ ਤੇ ਸਭ ਤੋਂ ਵੱਡੇ ਤਾਂ ਗੁਰਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪ੍ਰਧਾਨ ਤਾਂ ਸਤਿਗੁਰੂ ਹੈ। ਉਸੇ ਦੀ ਤਾਬਿਆ ਕੋਈ 5 ਪਿਆਰੇ ਤਾਂ ਹੋ ਸਕਦੇ ਹਨ, ਪ੍ਰਧਾਨ ਨਹੀਂ। ਲਹਿਜਾ ਭਵਿੱਖ ਵਿੱਚ 5 ਪਿਆਰਿਆਂ ਦੀ ਚੋਣ ਹੋ ਸਕੇ ਤਾਂ ਸਿੱਖੀ ਲਈ ਲਾਹੇਵੰਦ ਹੋਵੇਗਾ। 5 ਵਿੱਚੋਂ ਇੱਕ ਨੂੰ ਜਥੇਦਾਰ ਬਣਾਇਆ ਜਾਵੇ ਤਾਂ ਪ੍ਰਧਾਨ ਪਦ ਦੀ ਹਉਮੈ ਤੋਂ ਬਚਿਆ ਜਾ ਸਕੇਗਾ ਤੇ ਇਹ ਪਦ ਦੀ ਪਕੜ ਤੋਂ ਵੀ ਬਚਾਓ ਹੋਵੇਗਾ। ਧਰਮ ਪ੍ਰਚਾਰ ਤੇ ਰਾਜਨੀਤੀ ਵਿੱਚ ਚੰਗੇ ਮਨੁੱਖ ਨੂੰ ਇਮਦਾਦ ਦੇਣ ਤਾਂ ਜੋ ਉਹ ਅੱਗੇ ਵੱਧ ਕੇ ਧਰਮ ਪ੍ਰਚਾਰ ਤੇ ਕੌਮ ਦੀ ਰਾਜਨੀਤਿਕ ਦਸ਼ਾ ਸੁਧਾਰ ਸਕੇ। ਪਰ ਜੇ ਪ੍ਰਬੰਧਕ ਆਪ ਹੀ ਰਾਜਨੀਤਿਕ ਸੱਤਾ ਹਥਿਆਉਣ ਵਿੱਚ ਜੁਟਿਆ ਹੋਵੇ ਤਾਂ ਉਸ ਕੋਲ ਗੁਰਦੁਆਰੇ ਦੀ ਦੇਖ ਰੇਖ ਤੇ ਪ੍ਰਚਾਰ ਦੀ ਇਮਦਾਦ ਕਰਨ ਲਈ ਸਮਾਂ ਨਹੀਂ ਬਚੇਗਾ ਤੇ ਗੁਰੂ ਦੀ ਗੋਲਕ ਦਾ ਵੀ ਦੁਰਉਪਯੋਗ ਹੋ ਸਕਦਾ ਹੈ। ਫਲ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਬੀਜਿਆ ਕੀ ਸੀ। ਸੋ ਧਾਰਮਿਕ ਤੌਰ ਤੇ ਕਮਜ਼ੋਰੀ ਆਈ ਹੈ, ਜਿਸ ਨੂੰ ਵੇਖ ਸਾਨੂੰ ਆਪਣਾ ਧਾਰਮਿਕ ਨਿਜ਼ਾਮ ਬਦਲਣਾ ਚਾਹੀਦਾ ਹੈ। ਰਾਜਨੀਤਿਕ ਲੋਕ ਜੋ ਕੌਮ ਲਈ ਲਾਭਦਾਇਕ ਹੋਵਣ ਉਹਨਾਂ ਨੂੰ ਪ੍ਰਬੰਧਕ ਸਹਿਯੋਗ ਦੇਣ, ਨਾ ਕਿ ਆਪ ਰਾਜਨੀਤਿਕ ਬਣਨ ਤੇ ਗੁਰਦੁਆਰੇ ਦੀ ਮਿਲੀ ਸੇਵਾ ਦਾ ਗਲਤ ਇਸਤੇਮਾਲ ਕਰਨ। ਜਿਸ ਦਿਨ ਦੀ ਇਹ ਸੋਹਣੀ ਸੋਚ ਬਣੀ ਹੈ ਕਿ ਗੁਰਦੁਆਰੇ ਦਾ ਇਸਤੇਮਾਲ ਕਰਕੇ ਜਲਦੀ ਰਾਜਨੀਤਿਕ ਦੁਨੀਆ ਵਿੱਚ ਉੱਨਤੀ ਕੀਤੀ ਜਾ ਸਕਦੀ ਹੈ, ਉਸ ਦਿਨ ਦਾ ਗੁਰਦੁਆਰਿਆਂ ਦਾ ਮਾਹੌਲ ਸਿਆਸੀ ਜ਼ਿਆਦਾ ਤੇ ਧਾਰਮਿਕ ਘੱਟ ਹੋ ਗਿਆ ਹੈ। ਇਹ ਧਾਰਮਿਕ ਉੱਨਤੀ ਲਈ ਇੱਕ ਬਹੁਤ ਵੱਡਾ ਖਤਰਾ ਹੈ। ਗੁਰਦੁਆਰੇ ਦੀ ਸੇਵਾ ਤਾਂ ਨਿਰਮਾਣ ਬਣ ਲਈ ਸੀ, ਪਰ ਇਸ ਸੇਵਾ ਦੇ ਆਸਰੇ ਅਹੰਕਾਰ ਹੀ ਵਧਿਆ ਹੈ। ਜੋ ਚੁਣਾਵ ਵਿੱਚ ਜਿੱਤ ਜਾਂਦੇ ਹਨ ਉਹ ਆਪਣੇ ਜਲੂਸ ਇਸ ਤਰ੍ਹਾਂ ਕੱਢਦੇ ਹਨ ਜਿਵੇਂ ਕਿ ਪਾਰਲੀਮੈਂਟ ਦਾ ਚੁਣਾਵ ਹੋਇਆ ਹੋਵੇ। ਇਸ ਤਰ੍ਹਾਂ ਦੇ ਮਨੁੱਖ ਨੇ ਗੁਰਦੁਆਰਿਆਂ ਦਾ ਮਾਹੌਲ ਅਪਵਿੱਤਰ ਕੀਤਾ ਹੈ। ਨਾ 5 ਬਾਣੀਆਂ ਦਾ ਪਾਠ, ਨਾ ਹੀ 5 ਕਰਾਰ ਦੇ ਧਾਰਨੀ, ਫਿਰ ਧਰਮ ਅਸਥਾਨਾਂ ਦੇ ਮੁਖੀ। ਇਹ ਧਰਮ ਦੇ ਧਾਰਮਿਕ ਸਥਾਨਾਂ ਲਈ ਹਾਨੀਕਾਰਕ ਹੈ। ਮੈਂ ਇਸ ਵਿਚਾਰ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਕਿ ਕੋਈ ਕੌਮ ਰਾਜਨੀਤਿਕ ਤੌਰ ਤੇ ਉੱਨਤ ਹੋਏ ਬਿਨਾਂ ਆਪਣੀ ਪੈਰ ਮਜ਼ਬੂਤੀ ਨਾਲ ਨਹੀਂ ਟਿਕਾ ਸਕੇਗੀ। ਜਿਹੜੇ ਰਾਜਨੀਤਿਕ ਕੌਮ ਲਈ ਲਾਹੇਵੰਦ ਹੋਵਣ, ਧਾਰਮਿਕ ਲੋਕਾਂ ਦੇ ਧਾਰਮਿਕ ਸਥਾਨਾਂ ਰਾਹੀਂ ਉਹਨਾਂ ਨੂੰ ਪ੍ਰਸ਼ੰਸਾ ਤੇ ਇਮਦਾਦ ਮਿਲਣੀ ਚਾਹੀਦੀ ਹੈ ਤਾਂ ਕਿ ਰਾਜਨੀਤਿਕ ਕੌਮ ਦੀ ਬਾਹਰਲੀ ਦਿਸ਼ਾ ਸੁਧਾਰ ਸਕੇ। ਗੁਰਦੁਆਰਿਆਂ ਅੰਦਰ ਨਿਰੋਲ ਕਥਾ ਕੀਰਤਨ ਨਾਮ ਅਭਿਆਸ ਹੀ ਮੁੱਖ ਰੱਖਣਾ ਚਾਹੀਦਾ ਹੈ ਤਾਂ ਕਿ ਬ੍ਰਹਮ ਗਿਆਨੀ ਨਾਮ ਰਸੀਏ ਪੈਦਾ ਹੋਵਣ। ਸੱਚ ਤਾਂ ਇਹ ਹੈ ਕਿ ਨਾਮ ਰਸੀਏ ਤੋਂ ਬਿਨਾਂ ਤਾਂ ਰਾਜਨੀਤਿਕ ਤੇ ਵੀ ਕੀ ਭਰੋਸਾ ਕਰੀਏ। ਨਾਮ ਰਸਨਾ ਜੀਵਨ ਦੀ ਬੁਨਿਆਦ ਹੈ, ਜੜ ਹੈ। ਚੱਲਦਾ